ਚੰਡੀਗੜ੍ਹ ਦੇ ਵਿੱਚ ਹੜਤਾਲ ਤੇ ਬਿਜਲੀ ਕਾਮੇ ਲਾਗੂ ਹੋਇਆ ਐਸਮਾ। ਬਿਜਲੀ ਗੁੱਲ ਹੋਣ ਦਾ ਹਾਈ ਕੋਰਟ ਨੇ ਵੀ ਲਿਆ ਸੁਮੋਟੋ। ਚੀਫ ਇੰਜੀਨੀਅਰ ਨੂੰ ਕੀਤਾ ਤਲਬ। ਹਰਿਆਣਾ ਨੇ ਰਾਮ ਰਹੀਮ ਨੂੰ ਦਿੱਤੀ Z+ ਸਿਕਿਉਰਿਟੀ। ਹਾਈ ਕੋਰਟ ਦੇ ਵਿੱਚ ਦਿੱਤੀ ਸੁਰੱਖਿਆ ਬਾਰੇ ਜਾਣਕਾਰੀ। ਡੇਰਾ ਮੁਖੀ ਨੂੰ ਖਾਲਿਸਤਾਨ ਸਮਰਥਕਾਂ ਤੋਂ ਦੱਸਿਆ ਖਤਰਾ। हरियाणा सरकार नहीं मानती राम रहीम नूं हार्डकोर अपराधी। हाई कोर्ट दे विच दिता तर्क। डेरा मुखी कतल के मामले सिद्ध तौर पर दोषी नहीं, सह दोषियों के नाल साजिश रचन का दिता गया तर्क। राम रहीम की Z+ सिक्योरिटी ते गरमाई सियासत। कांग्रेस बोली वोटां वाली सियासत कर रही है बीजेपी। तो अकाली दल ते आम आदमी पार्टी ने भी चुके सवाल, पर बीजेपी का तर्क कानून मुताबिक काम कर रही है हरियाणा की सरकार। सिक्स फॉर जस्टिस ते केंद्र का बड़ा एक्शन। SFJ दे नाल जुड़े सोशल मीडिया अकाउंट किते बैन। चोणां च खालिस्तानी गड़बड़ी फैलाउण दे मिले ने इनपुट। अमृतसर दे विच नौजवानां दी झड़प विचाले चली गोली। आईलैट सेंटर दे विच होया सी झगड़ा तां बाहर आके दोबारा हुई फायरिंग। यमुनानगर दे विच विआह दौरान खूनी तकरार। डीजे वजाउण नूं लैके 2 गुट आमो सामने, 15 लोग जख्मी। भारत ने अफगानिस्तान दे लई भेजिया 50,000 मैट्रिक टन अनाज। अटारी वाघा तो ट्रकां नूं कीता गया रवाना। पाकिस्तान दे रस्तियों अफगानिस्तान जा रही है कणक। सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल। प्राइम टाइम दे विच अज गल हड़ताल दी। जो हड़ताल चंडीगढ़ दे विच होई है ते इस हड़ताल दे उत्ते एक्शन लिया गया है उथों दे चंडीगढ़ दे प्रशासन दे वल्लों। वड्डी खबर है दिंदी जी हां, चंडीगढ़ दे विच एस्मा लागू कर दिता गया। चंडीगढ़ प्रशासन दे वल्लों बिजली कामियां दी हड़ताल दे उत्ते प्रशासन हुण सख्ती दे मूड दे विच। एस्मा दे तहत चंडीगढ़ दे विच हड़ताल दे उत्ते ही बैन लगा दिता गया है। एस्मा की हुंदा तुहानूं दस्सांगे तफसील दे नाल। 6 महीने तक हड़ताल दे उत्ते रोक रहेगी। एस्मा की हुंदा है? एस्मा हुंदा है एसेंशियल सर्विसेज मैनेजमेंट एक्ट। इसनूं एस्मा कहा जाता है, ESMA एसेंशियल सर्विसेज मैनेजमेंट एक्ट। ਜਦੋਂ ਵੀ ਜਿਹੜੇ ਮੁਲਾਜ਼ਮ ਹੁੰਦੇ ਨੇ ਹੜਤਾਲ ਦੇ ਉੱਤੇ ਬੈਠਦੇ ਨੇ ਤਾਂ ਐਸਮਾ ਵੀ ਚਰਚਾ ਦੇ ਵਿੱਚ ਆ ਜਾਂਦਾ ਤੇ ਐਸਮਾ ਜਿਹੜੀਆਂ ਸਰਕਾਰਾਂ ਨੇ ਉਹ ਲਾਗੂ ਕਰ ਦਿੰਦੀਆਂ ਨੇ। ਤੁਹਾਨੂੰ ਦੱਸ ਦਈਏ ਕਿ ਐਸਮਾ ਦਾ ਮਤਲਬ ਕੀ ਹੁੰਦਾ ਹੈ। ਐਸਮਾ ਦਾ ਮਤਲਬ ਹੁੰਦਾ ਹੈ ਕਿ ਜੇਕਰ ਕੋਈ ਹੜਤਾਲ ਦੇ ਨਾਲ ਲੋਕਾਂ ਨੂੰ ਜਾਂ ਜਿਹੜੀਆਂ ਬਹੁਤ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜੇਕਰ ਉਹ ਪ੍ਰਭਾਵਿਤ ਹੋ ਰਹੀਆਂ ਨੇ ਜਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ ਤਾਂ ਉਸ ਤੋਂ ਬਾਅਦ ਫਿਰ ਐਸਮਾ ਲਗਾ ਕੇ ਹੜਤਾਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਚੰਡੀਗੜ੍ਹ ਦੇ ਵਿੱਚ 3 ਦਿਨਾਂ ਦੀ ਹੜਤਾਲ ਦੇ ਉੱਤੇ ਬਿਜਲੀ ਕਾਮੇ ਨੇ ਔਰ ਪ੍ਰਾਈਵੇਟਾਈਜੇਸ਼ਨ ਦਾ ਨਿੱਜੀਕਰਨ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ। ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਿਜਲੀ ਗੁੱਲ ਹੈ, ਲੋਕ ਪਰੇਸ਼ਾਨ ਨੇ। ਟ੍ਰੈਫਿਕ ਦੀ ਜਿਹੜੀ ਸਮੱਸਿਆ ਉਸ ਦੇ ਨਾਲ ਵੀ 2-4 ਹੋ ਰਹੇ ਨੇ। ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਾਂ ਚੰਡੀਗੜ੍ਹ ਜੋ ਆਉਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇਸ ਚੀਜ਼ ਦੇ ਨਾਲ ਵਾਕਫ ਹੋਣਗੇ ਕਿ ਚੰਡੀਗੜ੍ਹ 'ਚ ਬਿਜਲੀ ਵਾਲੀ ਸਮੱਸਿਆ ਆਮ ਤੌਰ ਤੇ ਨਹੀਂ ਆਉਂਦੀ। ਚੰਡੀਗੜ੍ਹ ਦੇ ਲੋਕਾਂ ਨੂੰ ਇਹ ਸਮੱਸਿਆ ਨਹੀਂ ਆਉਂਦੀ ਤਾਂ ਕਿਤੇ ਨਾ ਕਿਤੇ ਉਹ ਦਿੱਕਤ ਲਾਜ਼ਮੀ ਤੌਰ ਤੇ ਹੁਣ ਨਜ਼ਰ ਆ ਰਹੀ ਹੋਵੇਗੀ। ਤੇ ਇਸ ਵਿਚਾਲੇ ਜਿਹੜਾ ਸਥਾਨਕ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਉਹ ਸਖਤੀ ਦੇ ਮੂਡ ਦੇ ਵਿੱਚ ਹੈ। ਇਹ ਵੀ ਤੁਹਾਨੂੰ ਦੱਸ ਦਈਏ ਕਿ ਐਸਮਾ ਵੱਧ ਤੋਂ ਵੱਧ 6 ਮਹੀਨੇ ਦੇ ਲਈ ਲਗਾਇਆ ਜਾ ਸਕਦਾ ਹੈ ਔਰ ਜਦੋਂ ਐਸਮਾ ਲਾਗੂ ਕਰ ਦਿੱਤਾ ਜਾਂਦਾ ਤਾਂ ਇਸ ਤੋਂ ਬਾਅਦ ਕੋਈ ਵੀ ਮੁਲਾਜ਼ਮ ਹੜਤਾਲ ਦੇ ਉੱਤੇ ਨਹੀਂ ਜਾ ਸਕਦਾ। ਜੇਕਰ ਉਹ ਹੜਤਾਲ ਦੇ ਉੱਤੇ ਜਾਂਦਾ ਹੈ ਤਾਂ ਫਿਰ ਉਹ ਗੈਰ ਕਾਨੂੰਨੀ ਹੋਏਗਾ ਅਤੇ ਉਸ ਨੂੰ ਲੈ ਕੇ ਉਸ ਨੂੰ ਦੰਡ ਯਾਨੀ ਕਿ ਕੋਈ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਤਾਂ ਸਰਕਾਰਾਂ ਐਸਮਾ ਲਗਾਉਂਦੀਆਂ ਕਿਉਂ ਨੇ? ਵੀ ਇੱਕ ਵੱਡਾ ਸਵਾਲ ਹੈ ਕਿ ਐਸਮਾ ਕਿਉਂ ਲਾਗੂ ਕਰ ਦਿੱਤਾ ਜਾਂਦਾ। ਤਾਂ ਐਸਮਾ ਲਾਗੂ ਕੀਤਾ ਜਾਂਦਾ ਹੈ ਕਿ ਜੇਕਰ ਹੜਤਾਲ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਲਈ ਜ਼ਰੂਰੀ ਸੇਵਾਵਾਂ ਜੋ ਹੁੰਦੀਆਂ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ। ਅੱਜ ਕੱਲ੍ਹ ਬਿਜਲੀ ਤਾਂ ਸਭ ਤੋਂ ਵੱਧ ਜ਼ਰੂਰੀ ਸਹੂਲਤ ਤੁਸੀਂ ਕਹਿ ਸਕਦੇ ਹੋ ਤਾਂ ਲਾਜ਼ਮੀ ਤੌਰ ਤੇ ਪ੍ਰਭਾਵਿਤ ਹੋ ਰਹੀ ਹੈ। ਚੰਡੀਗੜ੍ਹ ਦੇ ਵਿੱਚ ਹਾਹਾਕਾਰ ਹੈ। ਲੋਕੀ ਜਿਹੜੇ ਬਿਜਲੀ ਦਾ ਇੰਤਜ਼ਾਰ ਕਰ ਰਹੇ ਨੇ। ਹਾਲਾਂਕਿ ਥੋੜੀ ਜਿਹੀ ਰਾਹਤ ਤੁਸੀਂ ਇਹ ਇਸ ਕਰਕੇ ਕਹਿ ਸਕਦੇ ਹੋ ਕਿ ਗਰਮੀਆਂ ਦੇ ਦਿਨ ਨਹੀਂ। ਸੋਚੋ ਜੇ ਅਪ੍ਰੈਲ ਦੇ ਵਿੱਚ ਇਸ ਤਰੀਕੇ ਨਾਲ ਹੜਤਾਲ ਦੇ ਉੱਤੇ ਕਰਮਚਾਰੀ ਚਲੇ ਜਾਣ ਔਰ ਬਿਜਲੀ ਨਾ ਆਵੇ ਤਾਂ ਫਿਰ ਕੀ ਹਾਲ ਹੋਏਗਾ ਲੋਕਾਂ ਦਾ। ਜਿੱਥੇ ਲੰਬੇ ਪਾਵਰ ਕੱਟ ਲੱਗਦੇ ਨੇ ਉਹ ਲੋਕ ਬਾਖੂਬੀ ਜਾਣਦੇ ਹੋਣਗੇ ਕਿ ਆਖਿਰ ਕਿੰਨੀ ਵੱਡੀ ਸਮੱਸਿਆ ਹੋ ਜਾਂਦੀ ਹੈ। ਖੈਰ ਥੋੜੀ ਜਿਹੀ ਗਰਮੀ ਵਾਲੀ ਰਾਹਤ ਤਾਂ ਇੱਥੇ ਹੈ ਕਿ ਗਰਮੀ ਨਹੀਂ ਹੈ, ਠੰਡ ਦਾ ਮੌਸਮ ਹੈ। ਗਰਮੀ ਵਾਲੇ ਪਾਸੇ ਪੂਰਾ ਮੌਸਮ ਇਸ ਸਮੇਂ ਜ਼ਰੂਰ ਜਾ ਰਿਹਾ ਹੈ ਪਰ ਕੋਈ AC ਕੂਲਰ ਪੱਖੇ ਚਲਾਉਣ ਦੀ ਫਿਲਹਾਲ ਤਾਂ ਜ਼ਰੂਰਤ ਨਹੀਂ ਹੈ। ਇਸ ਕਰਕੇ ਥੋੜੀ ਜਿਹੀ ਰਾਹਤ ਤੁਸੀਂ ਕਹਿ ਸਕਦੇ ਹੋ ਪਰ ਹਰ ਚੀਜ਼ ਅੱਜ ਕੱਲ੍ਹ ਬਿਜਲੀ ਦੇ ਉੱਤੇ ਹੈ। ਹਸਪਤਾਲਾਂ ਦੇ ਵਿੱਚ ਬਿਜਲੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਚੱਲਦੀਆਂ ਨੇ।
ਤਾਂ ਲੋਕਾਂ ਦੀਆਂ ਜਿਹੜੀਆਂ ਸਰਜਰੀਆਂ ਹੁੰਦੀਆਂ ਨੇ, ਵੱਡੇ ਵੱਡੇ ਆਪਰੇਸ਼ਨਸ ਹੁੰਦੇ ਨੇ, ਉਹ ਸਭ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਤਾਂ ਇਸ ਵਿਚਾਲੇ ਜ਼ਰੂਰ ਉਹਨਾਂ ਦੇ ਲਈ ਦਿੱਕਤਾਂ ਦਰਪੇਸ਼ ਆ ਰਹੀਆਂ ਨੇ। ਤਾਂ ਇਹ ਵੱਡੀ ਖਬਰ ਇਸ ਸਮੇਂ ਦੀ ਜ਼ਰੂਰ ਹੈ ਕਿ ਐਸਮਾ ਲਾਗੂ ਕਰ ਦਿੱਤਾ ਗਿਆ ਤੇ ਇਸ ਵਿਚਾਲੇ ਹਾਈ ਕੋਰਟ ਦੇ ਵੱਲੋਂ ਵੀ ਨੋਟਿਸ ਲਿਆ ਗਿਆ ਇਸ ਪੂਰੇ ਮਾਮਲੇ ਦੇ ਉੱਤੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਬਿਜਲੀ ਸੰਕਟ ਦੇ ਉੱਤੇ ਸਿਊ ਮੋਟੋ ਲਿਆ ਹੈ। ਹਾਈ ਕੋਰਟ ਨੇ ਚੀਫ ਇੰਜੀਨੀਅਰ ਨੂੰ ਤਲਬ ਕਰ ਲਿਆ। ਚੀਫ ਇੰਜੀਨੀਅਰ ਨੂੰ ਕੱਲ ਯਾਨੀ ਕਿ ਬੁੱਧਵਾਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਹੜਤਾਲ ਤੋਂ ਹਸਪਤਾਲਾਂ ਅਤੇ ਕੋਰਟ ਦੀ ਸੁਣਵਾਈ ਵੀ ਪ੍ਰਭਾਵਿਤ ਹੋਈ ਹੈ। ਇਹ ਅਦਾਲਤ ਦੇ ਵੱਲੋਂ ਜੋ ਸਿਊ ਮੋਟੋ ਦੇ ਵਿੱਚ ਜ਼ਿਕਰ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਹਾਈ ਕੋਰਟ ਦੀਆਂ ਜਿਹੜੀਆਂ ਵਰਚੁਅਲ ਸੁਣਵਾਈਆਂ ਸੀ ਉਹ ਵੀ ਨਹੀਂ ਹੋਈਆਂ, ਉਹ ਵੀ ਬੰਦ ਹੋਈਆਂ ਨੇ। ਐਸਮਾ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਹੁੰਦਾ ਹੈ ਔਰ ਵਰਚੁਅਲ ਸੁਣਵਾਈਆਂ ਦੇ ਉੱਤੇ ਵੀ ਇਸ ਦਾ ਅਸਰ ਨਜ਼ਰ ਆਇਆ। ਤਾਂ ਹਾਈ ਕੋਰਟ ਵੀ ਸਖਤੀ ਦੇ ਮੂਡ ਦੇ ਵਿੱਚ ਨਜ਼ਰ ਆ ਰਿਹਾ ਹੈ। ਬਿਜਲੀ ਦਾ ਸੰਕਟ ਹੈ, ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ, ਜਿਹੜੇ ਉਹਨਾਂ ਦੇ ਕੰਮਕਾਜ ਨੇ ਉਹ ਵੀ ਪ੍ਰਭਾਵਿਤ ਹੋ ਰਹੇ ਨੇ। ਇਸ ਵਿਚਾਲੇ ਲੋਕ ਕਹਿ ਕੀ ਰਹੇ ਨੇ, ਚੰਡੀਗੜ੍ਹ ਦੇ ਲੋਕ, ਉਹ ਸੁਣਦੇ ਆ। हुई थी, मिस्त्री आए हुए थे, उनकी दिहाड़ी देनी पड़ी और दिल्ली के 3,000 रुपये इस शोरूम का किराया और इसकी ओपनिंग भी लेट हो रही है। ये तो एक अलग बात है, बच्चों को बड़ी दिक्कत रही है। और मैं चंडीगढ़ जब गया तो मुझे तकरीबन हर चौक पे जाम की स्थिति दिखी। तो मैं तो ये चाहूँगा कि जो ये हड़ताल है जल्दी से जल्दी इसको ख़त्म किया जाए और लाइट को फिर से रेगुलर किया जाए। तो हम नहा भी नहीं पाए, हमें ज़्यादा पानी पीने को भी नहीं मिल पा रहा है। ਜੇ ਆਪਣਾ ਕੰਮ ਸ਼ੁਰੂ ਹੋਣਾ ਸੀਗਾ ਜੀ ਕਰਕੇ, ਜਿਵੇਂ ਬਾਈ ਜੀ ਸਾਹਿਬ ਨੇ ਦੱਸਿਆ ਕਿ ਲੇਬਰ ਲੂਬਰ ਲੱਗੀ ਹੋਈ ਸੀਗੀ, ਲੇਬਰ ਚਲੀ ਵੀ ਗਈ ਹੈ ਪਰ ਲਾਈਟ ਨਹੀਂ ਆਈ, ਜਿਹਦੇ ਕਰਕੇ ਮੇਰਾ ਜਿਹੜਾ ਸਭ ਤੋਂ ਵੱਡਾ ਕੰਮ ਸੀਗਾ ਜੀ, ਇਹ ਕੰਮ ਜਿਹੜਾ ਹੋਣਾ ਸੀਗਾ, ਵੈਲਡਿੰਗ ਹੋਣੀ ਸੀਗੀ, ਉਹ ਸਾਰਾ ਵਿੱਚ ਰੁਕ ਗਿਆ। ਤਾਂ ਰੈੱਡ ਲਾਈਟ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੰਦ ਨੇ ਕਿਉਂਕਿ ਲਾਈਟ ਨਹੀਂ ਹੈ। ਤਾਂ ਸਿਟੀ ਬਿਊਟੀਫੁਲ ਦੇ ਵਿੱਚ ਬਿਜਲੀ ਗੁੱਲ ਹੈ, ਬਿਜਲੀ ਕਾਮੇ ਹੜਤਾਲ ਦੇ ਉੱਤੇ ਨੇ, ਜਿਸ ਕਾਰਨ ਚੰਡੀਗੜ੍ਹ ਵਾਸੀਆਂ 'ਚ ਹਾਹਾਕਾਰ ਹੈ। ਪ੍ਰੋਗਰਾਮ ਦੇ ਉੱਤੇ ਮਿਲੀ ਮੰਗਾਂ ਦੇ ਉੱਤੇ ਅਤੇ ਇਹ ਲੜਾਈ ਦੇ ਵਿੱਚ ਆਪਣੀ ਕਾਮਯਾਬੀ ਮਿਲੇਗੀ ਨਹੀਂ। ਅੱਜ ਪਹਿਲਾ ਬਿਜਲੀ ਵਿਭਾਗ ਨੂੰ ਨਿੱਜੀ ਕੰਪਨੀ ਦੇ ਹੱਥਾਂ 'ਚ ਦੇਣ ਖਿਲਾਫ ਚੰਡੀਗੜ੍ਹ ਦੇ ਬਿਜਲੀ ਮੁਲਾਜ਼ਮ ਹੜਤਾਲ ਤੇ ਚਲੇ ਗਏ ਨੇ। ਬਿਜਲੀ ਵਿਭਾਗ ਦੇ ਕਰੀਬ 1100 ਕਾਮਿਆਂ ਨੇ ਕੰਮ ਕਰਨ ਤੋਂ ਇਨਕਾਰ ਕਰਦਿਆਂ ਹੜਤਾਲ ਕੀਤੀ ਹੈ, ਜਿਸ ਕਾਰਨ ਚੰਡੀਗੜ੍ਹ 'ਚ ਬਿਜਲੀ ਸੰਕਟ ਖੜਾ ਹੋ ਗਿਆ ਹੈ। सोमवार तो ही करीब 2 दर्जन सैक्टरां 'च बिजली सप्लाई ठप दसी जा रही है। ट्रैफिक लाइटां बंद पईयां ने, जिस कारण ट्रैफिक की वड्डी समस्या बन गई है। हड़ताल ते बैठे बिजली मुलाजमां मुताबिक चंडीगढ़ बिजली विभाग मुनाफे 'च चल रहा है, पर इसके बावजूद भी सरकार ने बिजली विभाग नूं एक निजी कंपनी नूं वेच दिता है। चंडीगढ़ का बिजली डिपार्टमेंट के मुलाजम 72 घंटे की हड़ताल पे हैं। ये हड़ताल हमें मजबूरी में करनी पड़ी है क्योंकि लगभग 2 साल पहले जो चंडीगढ़ का बिजली डिपार्टमेंट था आज भी बहुत प्रॉफिट में है। पिछले 5 साल में हमने सरकार को 1,000 करोड़ रुपए का मुनाफा कमा के दिया है, लेकिन सरकार ने इस महकमे को 871 करोड़ रुपए में एक प्राइवेट प्लेयर को बेच दिया है। बिजली मुलाजमां दी हड़ताल 72 घंटे चलेगी, पर उन्होंने चेतावनी दी है कि जेकर निजीकरण का फैसला वापस नहीं लिया जाता तो संघर्ष नूं होर भी तिखा किया जाएगा। इस दे नाल ही तमाम मुलाजम जथेबंदियां ने सड़कों ते उतरन की चेतावनी भी दी है। तौर से बहुत जो सरकार कौड़ियों के भाव में इस बिजली महकमे को बेच रही है, काफी शर्मनाक है, निंदनीय है। और जो स्टेप इन्होंने उठाया है, मैं पूरे देश के कर्मचारियों की तरफ से, ऑल इंडिया स्टेट गवर्नमेंट एम्प्लॉयज फेडरेशन की तरफ से, नेशनल कोऑर्डिनेशन कमेटी ऑफ इलेक्ट्रिसिटी एम्प्लॉयज एंड इंजीनियर की तरफ से हम इनको सपोर्ट दे रहे हैं और हम प्रशासन को चेतावनी दे रहे हैं कि अगर यहाँ को दमन उत्पीड़न किया तो पूरे देश का बिजली कर्मचारी सड़कों पर उतरने पर मजबूर होगा।
ਫਿਲਹਾਲ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ। ਦੂਜੇ ਪਾਸੇ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਨੇ ਚੰਡੀਗੜ੍ਹ 'ਚ ਬਿਜਲੀ ਬਹਾਲੀ ਕਰਨ ਲਈ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਬਿਜਲੀ ਕਾਮਿਆਂ ਨੇ ਹੜਤਾਲ ਤੇ ਬੈਠੇ ਮੁਲਾਜ਼ਮਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ, ਜਿਸ ਕਾਰਨ ਚੰਡੀਗੜ੍ਹ 'ਚ ਬਿਜਲੀ ਸੰਕਟ ਹੋਰ ਵੀ ਗਰਮਾ ਗਿਆ ਹੈ। ਚੰਡੀਗੜ੍ਹ ਤੋਂ ਮਨੋਜ ਕੁਮਾਰ ਦੀ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ। 21 ਦਿਨਾਂ ਦੀ ਫਰਲੋ ਦੇ ਉੱਤੇ ਗੁਰਮੀਤ ਰਾਮ ਰਹੀਮ ਬਾਹਰ ਹੈ, ਗੁਰੂਗ੍ਰਾਮ ਦੇ ਵਿੱਚ ਹੈ ਤੇ ਸੁਰੱਖਿਆ ਮਿਲੀ ਹੋਈ ਹੈ Z+। ਇੱਕ ਪਾਸੇ ਵਿਰੋਧੀ ਸਵਾਲ ਚੁੱਕ ਰਹੇ ਨੇ ਤਾਂ ਇਸ ਦੇ ਉੱਤੇ ਹਰਿਆਣਾ ਸਰਕਾਰ ਨੇ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਹੈ। ਪਹਿਲਾਂ ਫਰਲੋ ਤੇ ਹੁਣ Z+ ਸਿਕਿਉਰਿਟੀ। ਦੋ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼, ਪੱਤਰਕਾਰ ਛਤਰਪਤੀ ਦੇ ਕਤਲ ਵਿੱਚ ਉਮਰ ਕੈਦ ਦੀ ਸਜ਼ਾ ਭੁਗਤਣ ਵਾਲਾ ਹੁਣ Z+ ਸਿਕਿਉਰਿਟੀ ਵਿੱਚ ਰਹੇਗਾ। ਅਸੀਂ ਗੱਲ ਕਰ ਰਹੇ ਹਾਂ ਰਾਮ ਰਹੀਮ ਦੀ, ਜੋ ਇਹਨਾਂ ਕੇਸਾਂ ਵਿੱਚ 5 ਅਗਸਤ 2017 ਤੋਂ ਜੇਲ੍ਹ ਵਿੱਚ ਬੰਦ ਹੈ। ਇੱਕ ਪਾਸੇ ਚੁਣਾਵੀ ਮੌਸਮ ਸੀ ਤਾਂ 7 ਫਰਵਰੀ ਨੂੰ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਤੇ ਭੇਜ ਦਿੱਤਾ ਗਿਆ ਤੇ ਫਰਲੋ ਦੇ 15ਵੇਂ ਦਿਨ ਹਰਿਆਣਾ ਪੁਲਿਸ ਨੇ ਹਾਈ ਕੋਰਟ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਡੇਰਾ ਮੁਖੀ ਨੂੰ ਖਾਲਿਸਤਾਨ ਸਮਰਥਕਾਂ ਤੋਂ ਖਤਰਾ ਹੈ। ਫਰਲੋ ਤੇ ਰਾਮ ਰਹੀਮ ਨੂੰ Z+ ਸੁਰੱਖਿਆ ਦਿੱਤੀ ਗਈ ਹੈ। ਰਾਮ ਰਹੀਮ ਹਾਰਡਕੋਰ ਕ੍ਰਿਮੀਨਲ ਨਹੀਂ, ਫਰਲੋ ਦਾ ਹੱਕਦਾਰ ਹੈ। ਕਤਲ ਦੇ ਮਾਮਲੇ ਵਿੱਚ ਸਿੱਧੇ ਤੌਰ ਤੇ ਸ਼ਾਮਿਲ ਨਹੀਂ ਸੀ। ਰਾਮ ਰਹੀਮ ਨੇ ਅਸਲ ਵਿੱਚ ਕਤਲ ਨਹੀਂ ਕੀਤੇ ਸਨ। ਸਹਿ ਮੁਲਜ਼ਮਾਂ ਦੇ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ਕਰਨ ਦਾ ਉਹ ਦੋਸ਼ੀ ਹੈ ਤੇ 5 ਸਾਲ ਜੇਲ੍ਹ ਬਿਤਾਉਣ ਕਰਕੇ ਰਾਮ रहीम फरलो ਦਾ हकदार है। Z+ सिक्योरिटी थी, ये पहले से थी। जब हमने ये अरेस्ट हुए थे केस के बाद, उससे पहले इन्हें Z+ सिक्योरिटी थी। कोई नहीं, जेल में कोई नहीं दिएगा। जेल में जाते हैं तो कैदी हो जाते हैं। जेल में हमारे पास पहले ही एडिक्वेट अरेंजमेंट होते हैं, पूरी तरीके की सिक्योरिटी रहती है, तो वहां कोई इसका मीनिंग नहीं रहता। और अब बाहर जब आए हैं तो हमने खाली ये कहा था, जब फरलो पे गए तो क्या इन्हें एडिक्वेट अरेंजमेंट करा जाए, वो सिक्योरिटी बढ़ाई गई है। कोई इसमें ना कोई Z+ की बात है, ना कोई ऐसा करा गया। ਦੱਸ ਦਈਏ ਕਿ ਡੇਰਾ ਮੁਖੀ ਨੂੰ 21 ਦਿਨਾਂ ਦੀ ਫਰਲੋ ਤੇ ਰਿਹਾ ਕਰਨ ਦੇ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਇਸੇ ਤੇ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਜੋ ਜਵਾਬ ਦਾਖਲ ਕੀਤਾ ਹੈ ਉਸ ਵਿੱਚ ਇਹ ਸਭ ਕੁਝ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਖਾਸ ਗੱਲ ਇਹ ਵੀ ਹੈ ਕਿ ਜਦੋਂ ਪੰਜਾਬ ਪੁਲਿਸ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣਾ ਚਾਹੁੰਦੀ ਸੀ ਤਾਂ ਉਸ ਵੇਲੇ ਰਾਮ ਰਹੀਮ ਦੇ ਵਕੀਲਾਂ ਨੇ ਸੁਰੱਖਿਆ ਨਾਲ ਜੁੜੇ ਸਵਾਲ ਚੁੱਕੇ ਸਨ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜੇਲ੍ਹ ਵਿੱਚ ਹੀ ਪੁੱਛਗਿੱਛ ਕਰਨ ਲਈ ਕਹਿ ਦਿੱਤਾ ਸੀ। ਨਾਲ ਹੀ ਹਰਿਆਣਾ ਪ੍ਰਸ਼ਾਸਨ राम रहीम नु हार्डकोर क्रिमिनल भी नहीं मान रहा। गुरमीत राम रहीम को 7 तारीख को फरलो मिली थी 21 दिन की, और उसके बाद से गुरमीत राम रहीम गुरुग्राम के इसी आश्रम में मौजूद है। गुरमीत राम रहीम को हरियाणा सरकार की तरफ से जेट सुरक्षा जो है वो मुहैया करवाई गई है और उसके पीछे ये दलील भी दी गई है कि गुरमीत राम रहीम को खालिस्तानी समर्थकों से खतरा है और इसीलिए हरियाणा सरकार को इनपुट्स मिलने के बाद उसे ये सुरक्षा मुहैया करवाई गई है। धर्मवीर शर्मा, न्यूज़ 18, गुरुग्राम। ਤਾਂ Z+ ਸੁਰੱਖਿਆ ਦਿੱਤੀ ਗਈ ਹੈ ਰਾਮ ਰਹੀਮ ਨੂੰ। ਗੁਰੂਗ੍ਰਾਮ ਦੇ ਵਿੱਚ ਇਸ ਸਮੇਂ ਰਾਮ ਰਹੀਮ 21 ਦਿਨ ਦੀ ਫਰਲੋ ਤੇ ਬਾਹਰ ਆਇਆ, ਪਰ ਰਾਮ ਰਹੀਮ ਨੂੰ Z+ ਸੁਰੱਖਿਆ ਦੇਣ ਤੇ ਉਸ ਦੇ ਜੁਰਮਾਂ ਦੇ ਸ਼ਿਕਾਰ ਹੋਏ ਲੋਕ ਇਸ ਦਾ ਵਿਰੋਧ ਕਰ ਰਹੇ ਨੇ। ਉੱਥੇ ਬੀਜੇਪੀ ਇਸ ਨੂੰ ਇੱਕ ਆਮ ਨਾਗਰਿਕ ਦਾ ਹੱਕ ਦੱਸ ਰਹੀ ਹੈ। ਫਰਲੋ ਤੇ ਜੇਲ੍ਹ ਤੋਂ ਬਾਹਰ ਰਹਿ ਰਹੇ ਗੁਰਮੀਤ ਰਾਮ ਰਹੀਮ ਨੂੰ ਹੁਣ Z+ ਸੁਰੱਖਿਆ ਵਿੱਚ ਰੱਖਿਆ ਜਾਵੇਗਾ। ਸੁਰੱਖਿਆ ਦੇ ਪਿੱਛੇ ਦੀ ਵਜ੍ਹਾ ਰਾਮ ਰਹੀਮ ਨੂੰ ਖਾਲਿਸਤਾਨ ਦੇ ਹਿਮਾਇਤੀ ਦਹਿਸ਼ਤਗਰਦਾਂ ਤੋਂ ਖਤਰਾ ਦੱਸਿਆ ਜਾ ਰਿਹਾ ਹੈ, ਜਦਕਿ ਰਾਮ ਰਹੀਮ ਨੂੰ ਸੁਰੱਖਿਆ ਦੇਣ ਦੇ ਮਾਮਲੇ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਇਤਰਾਜ਼ ਪ੍ਰਗਟਾਇਆ। ਦੱਸ ਦਈਏ ਕਿ ਰਾਮਚੰਦਰ ਛਤਰਪਤੀ ਦੇ ਕਤਲकांड ਦੇ ਵਿੱਚ ਵੀ ਰਾਮ ਰਹੀਮ ਦੋਸ਼ੀ करार ਦਿੱਤਾ ਗਿਆ ਹੈ ਤੇ ਆਪਣੇ ਗੁਨਾਹਾਂ ਦੀ ਸਜ਼ਾ ਕੱਟ ਰਿਹਾ ਹੈ। सीधा सवाल ये है कि एक व्यक्ति जो इतने लंबे समय तक जब बाहर रहा तो सरकार के लिए, लॉ एंड ऑर्डर के लिए सिरदर्दी बना रहा, जब उसको सलाखों के पीछे धकेला जाना था 2017 में तो 3 स्टेट्स के अंदर दंगे हुए, हत्याओं और बलात्कारों के मामले में सज़ा काट रहा है। तो अगर वो हार्डकोर क्रिमिनल की श्रेणी में नहीं है तो हार्डकोर क्रिमिनल की परिभाषा क्या है?
ਬੇਸ਼ੱਕ ਅੰਸ਼ੁਲ ਛਤਰਪਤੀ ਨੂੰ ਲੱਗਦਾ ਹੈ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਰਾਮ ਰਹੀਮ ਨੂੰ ਸੁਰੱਖਿਆ ਦਿੱਤੀ ਗਈ ਹੋਵੇ, ਪਰ ਬੀਜੇਪੀ ਨੂੰ ਲੱਗਦਾ ਹੈ ਕਿ ਹਰੇਕ ਨਾਗਰਿਕ ਨੂੰ ਸੁਰੱਖਿਆ ਦੇਣਾ ਸਰਕਾਰ ਦਾ ਫਰਜ਼ ਹੈ। ਇਹ ਸਿਕਿਉਰਿਟੀ ਜਿਹੜੀ ਦਿੱਤੀ ਜਾਂਦੀ ਹੈ ਥ੍ਰੈਟ ਪਰਸੈਪਸ਼ਨ ਤੇ ਦਿੱਤੀ ਜਾਂਦੀ ਹੈ। ਅਗਰ ਕੋਈ ਬੰਦੀ ਵੀ ਹੈ, ਕਿਤੇ ਕੈਦੀ ਹੈ, ਸਜ਼ਾ ਜਾਪਤਾ ਹੈ, ਤੇ ਉਸ ਦੇ ਬਾਵਜੂਦ ਵੀ ਉਹਨੂੰ ਦੂਸਰਿਆਂ ਦੇ ਮਾਰਨ ਲਈ ਨਹੀਂ ਛੱਡਿਆ ਜਾਂਦਾ। ਉਹ ਆਪਣੀ ਸਜ਼ਾ ਭੁਗਤ ਰਿਹਾ, ਮਗਰ ਉਹਦਾ ਇਹ ਮਕਸਦ ਨਹੀਂ ਹੈ ਕਿ ਵੀ ਉਹਦੀ ਸੁਰੱਖਿਆ ਨਾ ਦਿੱਤੀ ਜਾਵੇ। ਸਰਕਾਰ ਦੀ ਹਰ ਨਾਗਰਿਕ ਨੂੰ ਸੁਰੱਖਿਆ ਦੇਣਾ ਉਹਦਾ ਧਰਮ ਵੀ ਹੈ ਤੇ ਫਰਜ਼ ਵੀ ਹੈ। ਰਾਮ ਰਹੀਮ ਦੀ ਫੜਲੋ ਖਤਮ ਹੋਣ ਵਿੱਚ ਹੁਣ ਜ਼ਿਆਦਾ ਦਿਨ ਨਹੀਂ ਬਚੇ। ਰਾਮ ਰਹੀਮ ਦੀ ਫੜਲੋ ਤੇ ਕਾਂਗਰਸ ਨੇ ਪੰਜਾਬ ਦੀ ਕਈ ਸਿਆਸੀ ਧਿਰਾਂ ਵੱਲੋਂ ਸਵਾਲ ਖੜੇ ਕੀਤੇ ਗਏ ਸਨ। ਇਹਨਾਂ ਧਿਰਾਂ ਨੇ ਇਲਜ਼ਾਮ ਲਾਇਆ ਸੀ ਕਿ ਰਾਮ ਰਹੀਮ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਫਰਲੋ ਦਿੱਤੀ ਗਈ ਹੈ। ਹਾਲਾਂਕਿ ਹਰਿਆਣਾ ਸਰਕਾਰ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦੀ ਰਹੀ ਤੇ ਕਹਿੰਦੀ ਰਹੀ ਕਿ ਬਾਕੀ ਕੈਦੀਆਂ ਵਾਂਗ ਰਾਮ ਰਹੀਮ ਨੂੰ ਵੀ ਉਸ ਦੇ ਹੱਕ ਦੇ ਆਧਾਰ ਤੇ ਫਰਲੋ ਮਿਲੀ ਹੈ। ਸਿਰਸਾ ਤੋਂ ਨਕੁਲ ਜਸੂਜਾ ਤੇ ਚੰਡੀਗੜ੍ਹ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਨੇ ਤੇ ਗੱਲ ਹੋਵੇਗੀ ਮੌੜ ਮੰਡੀ ਧਮਾਕੇ ਦੀ। 2017 ਦੇ ਇਲੈਕਸ਼ਨ ਤੋਂ ਪਹਿਲਾਂ ਹੋਇਆ ਸੀ, ਤੁਹਾਨੂੰ ਯਾਦ ਹੋਏਗਾ। ਮੌੜ ਮੰਡੀ ਬਲਾਸਟ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿਵਿਊ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਹੈ। ਹਾਈ ਕੋਰਟ ਦੇ ਵਿੱਚ ਮੌੜ ਮੰਡੀ ਬਲਾਸਟ ਕੇਸ ਮੁੜ ਤੋਂ ਖੁੱਲੇਗਾ। ਅਜੇ ਤੱਕ ਇਸ ਮਾਮਲੇ 'ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਮੌੜ ਮੰਡੀ ਬੰਬ ਧਮਾਕਾ, ਹਾਈ ਕੋਰਟ ਦੇ ਵਿੱਚ ਮੁੜ ਖੁੱਲੇਗਾ ਕੇਸ। ਅਜੇ ਤੱਕ ਨਹੀਂ ਕੋਈ ਗ੍ਰਿਫਤਾਰੀ। ਜੀ ਹਾਂ, ਮੁੜ ਤੋਂ ਵਿਧਾਨ ਸਭਾ ਦੀਆਂ ਵੋਟਾਂ ਪੈਣ ਦੇ ਬਾਵਜੂਦ ਪਿਛਲੀ ਵਾਰ ਦੀਆਂ 5 ਸਾਲ ਪਹਿਲਾਂ ਹੋਈਆਂ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਹੋਏ ਬਲਾਸਟ ਮਾਮਲੇ ਦਾ ਅਜੇ ਤੱਕ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਪਰ ਹੁਣ ਫਿਰ ਇਹ ਉਮੀਦ ਜਾਗੀ ਹੈ, ਕਿਉਂਕਿ ਮੌੜ ਮੰਡੀ ਬਲਾਸਟ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਿਵਿਊ ਪਟੀਸ਼ਨ ਮਨਜ਼ੂਰ ਕਰ ਲਈ, ਜਿਸ ਤੋਂ ਬਾਅਦ ਫਿਰ ਇਹ ਕੇਸ ਕੋਰਟ ਦੇ ਵਿੱਚ ਦੁਬਾਰਾ ਖੁੱਲੇਗਾ। ਹਾਲਾਂਕਿ ਸਿਆਸੀ ਲੋਕਾਂ ਦੇ ਵੱਲੋਂ ਵੀ ਇਸ ਮਾਮਲੇ 'ਚ ਇਨਸਾਫ ਦੇ ਵਾਅਦੇ ਕੀਤੇ ਗਏ, ਪਰ ਇੱਕ ਦੂਜੇ ਤੋਂ ਇਲਜ਼ਾਮਾਂ ਤੋਂ ਜ਼ਿਆਦਾ ਇਹਨਾਂ ਲੋਕਾਂ ਨੂੰ ਕੁਝ ਨਾ ਮਿਲਿਆ। ਜ਼ਿਕਰਯੋਗ ਹੈ ਕਿ ਮੌੜ ਮੰਡੀ ਦੇ ਵਿੱਚ 2017 ਚ ਕਾਂਗਰਸੀ ਉਮੀਦਵਾਰ ਦੀ ਜਨਤਕ ਮੀਟਿੰਗ ਦੇ ਦੌਰਾਨ ਵੱਡਾ ਧਮਾਕਾ ਹੋਇਆ ਸੀ, ਜਿਸ ਦੇ ਵਿੱਚ ਕੁੱਲ 7 ਲੋਕ ਮਾਰੇ ਗਏ ਸਨ। ਪਰ ਅੱਜ ਵੀ ਪੀੜਤਾਂ ਨੂੰ ਇੰਤਜ਼ਾਰ ਹੈ ਤਾਂ ਇਨਸਾਫ ਦਾ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਹੁੰਦੀ ਹੈ। ਉਮੇਸ਼ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਮੌੜ ਮੰਡੀ ਬਲਾਸਟ ਦੇ ਵਿੱਚ ਕਈ ਲੋਕਾਂ ਦੀ ਮੌਤ ਹੋਈ, ਪਰ ਗ੍ਰਿਫਤਾਰੀ ਕਿਸੇ ਦੀ ਨਹੀਂ ਹੋਈ। ਹੁਣ ਦੁਬਾਰਾ ਇਸ ਪੂਰੇ ਮਾਮਲੇ ਦੀ ਜਾਂਚ ਹੋਣ ਦੀ ਉਮੀਦ ਹੈ। ਉਧਰ ਕੇਂਦਰ ਸਰਕਾਰ ਨੇ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫॉर ਜਸਟਿਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਨੇ ਖਾਲਿਸਤਾਨੀ ਪੱਖੀ SFJ ਦੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਬੈਨ ਕਰ ਦਿੱਤਾ ਹੈ। ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫॉर ਜਸਟਿਸ ਤੇ ਕੇਂਦਰ ਦੀ ਡਿਜੀਟਲ ਸਟ੍ਰਾਈਕ ਦੀ ਗਾਜ ਲਿਖੀ ਹੈ। ਕੇਂਦਰ ਨੇ SFJ ਨਾਲ ਨਜ਼ਦੀਕੀ ਸਬੰਧਾਂ ਕਾਰਨ ਇੱਕ ਸੋਸ਼ਲ ਮੀਡੀਆ ਚੈਨਲ ਦੇ ਐਪਸ, ਵੈਬਸਾਈਟ ਅਤੇ ਸੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਨੇ। ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਵਿਦੇਸ਼ਾਂ ਤੋਂ ਆਪਰੇਟ ਹੋਣ ਵਾਲੇ ਇਸ ਚੈਨਲ ਵੱਲੋਂ ਫੈਲਾਈ ਜਾ ਰਹੀ ਸਮੱਗਰੀ 'ਚ ਵੱਖਵਾਦ ਨੂੰ ਭੜਕਾਉਣ ਦੀ ਸੰਭਾਵਨਾ ਸੀ, ਜਿਸ ਨਾਲ ਭਾਰਤ ਦੀ ਖੁਦਮੁਖਤਿਆਰੀ, ਅਖੰਡਤਾ ਅਤੇ ਜਨਤਕ ਵਿਵਸਥਾ ਨੂੰ ਨੁਕਸਾਨ ਹੋ ਸਕਦਾ ਸੀ। ਮੰਤਰਾਲੇ ਨੇ ਇਹ ਵੀ ਕਿਹਾ ਕਿ ਇਹ ਚੈਨਲ, ਐਪਸ ਅਤੇ ਖਾਤਿਆਂ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕੀਤੀ ਗਈ ਸੀ ਅਤੇ ਇਹ ਚੈਨਲ ਪੰਜਾਬ ਵਿਧਾਨ ਸਭਾ ਚੋਣਾਂ 'ਚ ਲੋਕ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦੱਸ ਦਈਏ ਕਿ ਸਿੱਖਸ ਫॉर ਜਸਟਿਸ ਸੰਗਠਨ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਤਹਿਤ ਗੈਰ ਕਾਨੂੰਨੀ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ SFJ ਦੇ ਸੰਸਥਾਪਕ ਗੁਰਪਤਵੰਤ ਪੰਨੂ ਨੂੰ ਇੱਕ ਆਤੰਕਵਾਦੀ ਐਲਾਨਿਆ ਗਿਆ, ਜਿਸ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਇੱਥੇ ਰੁਕਨੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ।